ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣੇ ਮੇਰੀ ਸੱਸ ਦਾ ਫੋਨ ਆਇਆ ਜੋ ਮੈਨੂੰ ਕਹਿ ਰਹੀ ਸੀ ਕਿ ਅਜੇ ਕੱਲ ਹੀ ਤੁਹਾਡੇ ਕੋਲ ਪਹੁੰਚ ਜਾਵੇਗਾ। ਅਜੇ ਮੇਰੇ ਦਿਓਰ ਦਾ ਨਾਮ ਹੈ, ਉਸ ਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ ਹੈ। ਇਹ ਸੁਣ ਕੇ ਮੈਂ ਕੁਝ ਪਰੇਸ਼ਾਨ ਹੋ ਗਈ ਕਿਉਂਕਿ ਮੈਂ ਇੱਕ ਛੋਟੇ ਜਿਹੇ ਫਲੈਟ ਵਿੱਚ ਇਕੱਲੀ ਰਹਿੰਦੀ ਸੀ ਅਤੇ ਮੇਰਾ ਪਤੀ ਕਿਸੇ ਹੋਰ ਦੇਸ਼ ਚਲਾ ਗਿਆ ਸੀ। ਮੈਂ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ ਕਿਉਂਕਿ ਮੈਂ ਇੱਕ ਪਿੰਡ ਤੋਂ ਆਈ ਸੀ। ਰਵੀ ਦੀ ਨੌਕਰੀ ਪਹਿਲਾਂ ਸ਼ਹਿਰ ਵਿੱਚ ਹੀ ਸੀ। ਵਿਆਹ ਹੁੰਦੇ ਹੀ ਉਹ ਮੈਨੂੰ ਸ਼ਹਿਰ ਲੈ ਆਇਆ, ਪਰ ਫਿਰ ਉਸ ਦੀ ਕੰਪਨੀ ਨੇ ਉਸ ਨੂੰ ਕਿਸੇ ਹੋਰ ਦੇਸ਼ ਭੇਜ ਦਿੱਤਾ। ਮੈਂ ਉਸ ਨੂੰ ਕਈ ਵਾਰ ਕਿਹਾ ਕਿ ਮੈਨੂੰ ਵਾਪਸ ਪਿੰਡ ਭੇਜ ਦਿਓ, ਮੈਂ ਆਪਣੇ ਮਾਪਿਆਂ ਦੇ ਘਰ ਰਹਿ ਲਵਾਂਗੀ ਤੇ ਮੇਰੇ ਸਹੁਰੇ ਵੀ ਪਿੰਡ ਵਿੱਚ ਹੀ ਹਨ, ਇਸ ਲਈ ਮੈਂ ਆਪਣੇ ਸਹੁਰੇ ਘਰ ਵੀ ਰਹਿ ਲਵਾਂਗੀ। ਪਰ ਉਸ ਨੇ ਕਿਹਾ ਕਿ ਨਹੀਂ, ਤੂੰ ਮੇਰੇ ਫਲੈਟ ਵਿੱਚ ਹੀ ਰਹਿ। ਮੈਂ ਪਿਛਲੇ 3 ਮਹੀਨਿਆਂ ਤੋਂ ਫਲੈਟ ਵਿੱਚ ਇਕੱਲੀ ਰਹਿ ਰਹੀ ਸੀ। ਹੁਣ ਮੈਂ ਆਪਣੇ ਆਂਢ ਗੁਆਂਢ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ। ਮੇਰਾ ਦਿਲ ਵੀ ਲੱਗ ਗਿਆ ਸੀ, ਪਰ ਮੇਰੇ ਦਿਓਰ ਦੇ ਆਉਣ ਦੀ ਖਬਰ ਸੁਣ ਕੇ ਮੈਂ ਚਿੰਤਾ ਵਿੱਚ ਸੀ। ਮੇਰਾ ਪਤੀ ਇੱਥੇ ਹੁੰਦਾ ਤਾਂ ਮੈਨੂੰ ਚਿੰਤਾ ਨਾ ਹੁੰਦੀ, ਪਰ ਮੈਂ ਆਪਣੇ ਦਿਓਰ ਦਾ ਇੱਥੇ ਮੇਰੇ ਨਾਲ ਇਕੱਲਾ ਰਹਿਣਾ ਠੀਕ ਨਹੀਂ ਸਮਝ ਰਹੀ ਸੀ। ਪਰ ਮੈਂ ਆਪਣੀ ਸੱਸ ਨੂੰ ਇਨਕਾਰ ਨਹੀਂ ਕਰ ਸਕਦੀ ਸੀ। ਰਾਤ ਨੂੰ ਜਦੋਂ ਰਵੀ ਨੇ ਫੋਨ ਕੀਤਾ ਤਾਂ ਮੈਂ ਉਸ ਨੂੰ ਮੇਰੀ ਸੱਸ ਦੀ ਗੱਲ ਦੱਸ ਦਿੱਤੀ। ਉਸ ਨੇ ਕਿਹਾ ਕਿ ਇਹ ਚੰਗੀ ਗੱਲ ਆ, ਜੇਕਰ ਉਹ ਆ ਜਾਵੇ ਤਾਂ ਮੈਨੂੰ ਤੇਰੀ ਚਿੰਤਾ ਨਹੀਂ ਕਰਨੀ ਪਵੇਗੀ। ਮੈਂ ਕਿਹਾ ਰਵੀ, ਪਰ ਮੈਂ ਉਸ ਨਾਲ ਘਰ ਵਿੱਚ ਇਕੱਲੇ ਕਿਵੇਂ ਰਹਿ ਸਕਦੀ ਹਾਂ? ਮੇਰੀ ਗੱਲ ਸੁਣ ਕੇ ਉਹ ਗੁੱਸੇ 'ਚ ਆ ਗਿਆ। ਉਸ ਨੇ ਕਿਹਾ ਤੇਰਾ ਕੀ ਮਤਲਬ ਆ? ਉਹ ਮੇਰਾ ਭਰਾ, ਤੈਨੂੰ ਉਸ ਤੋਂ ਕੀ ਖਤਰਾ ਹੋ ਸਕਦਾ? ਜਿਸ ਤਰ੍ਹਾਂ ਉਸਨੇ ਗੁੱਸੇ ਅਤੇ ਖਤਰਨਾਕ ਸ਼ਬਦਾਂ ਨਾਲ ਮੈਨੂੰ ਝਿੜਕਿਆ ਸੀ, ਮੈਂ ਅੱਗੇ ਕੁਝ ਨਹੀਂ ਕਹਿ ਸਕੀ। ਫੋਨ ਕੱਟਣ ਤੋਂ ਬਾਅਦ ਮੈਂ ਲੇਟ ਗਈ, ਪਰ ਮੈਂ ਸੌ ਨਾ ਸਕੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਅਜੇ ਮੇਰੇ ਘਰ ਆ ਰਿਹਾ ਸੀ। ਮੈਨੂੰ ਇਹ ਬਿਲਕੁਲ ਵੀ ਠੀਕ ਨਹੀਂ ਲੱਗ ਰਿਹਾ ਸੀ। ਮੇਰਾ ਜੀ ਕਰਦਾ ਸੀ ਕਿ ਹੁਣੇ ਮੈਂ ਆਪਣੀ ਸੱਸ ਨੂੰ ਫੋਨ ਕਰਕੇ ਸਾਫ਼-ਸਾਫ਼ ਕਹਿ ਦੇਵਾਂ ਕਿ ਅਜੇ ਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ। ਸ਼ਹਿਰ ਵਿੱਚ ਇੰਨੇ ਹੋਟਲ ਹਨ, ਉਹ ਕਿਸੇ ਵੀ ਹੋਟਲ ਵਿੱਚ ਠਹਿਰ ਸਕਦਾ ਏ। ਪਰ ਮੈਂ ਇਹ ਨਹੀਂ ਕਹਿ ਸਕਦੀ ਸੀ। ਮੇਰੀ ਪਰਵਰਿਸ਼ ਵਿੱਚ ਅਜਿਹੀ ਨਹੀਂ ਸੀ ਕਿ ਮੈਂ ਬਜ਼ੁਰਗਾਂ ਨਾਲ ਇੰਨੇ ਅਪਮਾਨਜਨਕ ਢੰਗ ਨਾਲ ਗੱਲ ਕਰ ਸਕਦੀ ਸੀ। ਹਾਲਾਂਕਿ ਮੈਂ ਅੰਦਰੋਂ ਬਹੁਤ ਗੁੱਸੇ ਵਿੱਚ ਸੀ। ਮੈਨੂੰ ਅਜੇ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ। ਰਵੀ ਅਤੇ ਮੇਰਾ ਵਿਆਹ ਬਚਪਨ ਤੋਂ ਹੀ ਇੱਕ ਦੂਜੇ ਨਾਲ ਤੈਅ ਸੀ। ਮੰਮੀ ਨੇ ਬਚਪਨ ਵਿੱਚ ਹੀ ਮੇਰਾ ਵਿਆਹ ਆਪਣੇ ਸਭ ਤੋਂ ਚੰਗੀ ਦੋਸਤ ਦੇ ਬੇਟੇ ਰਵੀ ਨਾਲ ਮੇਰਾ ਵਿਆਹ ਤੈਅ ਕਰ ਦਿੱਤਾ ਸੀ। ਮੈਂ ਉਸ ਨੂੰ ਬਹੁਤਾ ਨਹੀਂ ਜਾਣਦੀ ਸੀ, ਪਰ ਜਦੋਂ ਵੀ ਸਾਡੇ ਘਰ ਜਾਂ ਮੇਰੀ ਮਾਂ ਦੇ ਦੋਸਤ ਦੇ ਘਰ ਕੋਈ ਸਮਾਗਮ ਹੁੰਦਾ ਸੀ ਤਾਂ ਅਸੀਂ ਸਾਰੇ ਇਕੱਠੇ ਹੁੰਦੇ ਸੀ ਤੇ ਰਵੀ ਵੀ ਮਿਲ ਜਾਂਦਾ ਸੀ। ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਸੀ, ਪਰ ਅਜੇ ਬਹੁਤ ਹੀ ਬੋਲਚਾਲ ਵਾਲਾ ਤੇ ਲੋਫਰ ਕਿਸਮ ਦਾ ਮੁੰਡਾ ਸੀ। ਕੁੜੀਆਂ ਨਾਲ ਖੁਸ਼ ਹੋ ਕੇ ਗੱਲਾਂ ਕਰਨਾ, ਉਹਨਾਂ ਦੇ ਆਲੇ ਦੁਆਲੇ ਘੁੰਮਣਾ ਅਤੇ ਬਹੁਤ ਮਜ਼ਾਕ ਕਰਨਾ ਉਸ ਦੀ ਆਦਤ ਸੀ। ਜੋ ਗੱਲਾਂ ਮੈਂ ਪਿੰਡ ਦੀਆਂ ਕੁੜੀਆਂ ਤੋਂ ਉਸ ਬਾਰੇ ਸੁਣੀਆਂ ਸਨ, ਉਸ ਤੋਂ ਬਾਅਦ ਮੈਂ ਉਸ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ। ਜਦੋਂ ਅਸੀਂ ਸਾਰੇ ਬੱਚੇ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਤੋਂ ਵਿਹਲੇ ਹੋ ਗਏ ਤਾਂ ਸਾਡੇ ਮਾਪਿਆਂ ਨੇ ਮੇਰਾ ਅਤੇ ਰਵੀ ਦਾ ਵਿਆਹ ਕਰਵਾ ਦਿੱਤਾ। ਸਾਡੇ ਵਿਆਹ ਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ, ਸਿਰਫ 4 ਮਹੀਨੇ ਹੀ ਹੋਏ ਸਨ। ਮੈਨੂੰ ਰਵੀ ਬਾਰੇ ਇੱਕ ਗੱਲ ਬੜੀ ਅਜੀਬ ਲੱਗਦੀ ਸੀ। ਵਿਆਹ ਦੀ ਪਹਿਲੀ ਰਾਤ ਹੀ ਰਵੀ ਨੇ ਮੈਨੂੰ ਹੱਥ ਤੱਕ ਨਹੀਂ ਲਾਇਆ। ਉਹਨਾਂ ਨੇ ਕਿਹਾ ਕਿ ਭਾਵੇਂ ਸਾਡਾ ਵਿਆਹ ਬਚਪਨ ਤੋਂ ਹੀ ਤੈਅ ਹੋ ਗਿਆ ਸੀ, ਪਰ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਸਕੇ। ਮੈਂ ਚਾਹੁੰਦਾ ਹਾਂ ਕਿ ਪਹਿਲਾਂ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਗੇ ਅਤੇ ਸਮਝਗੇ, ਤਦ ਹੀ ਅਸੀਂ ਰਿਸ਼ਤਾ ਸ਼ੁਰੂ ਕਰਾਂਗੇ। ਮੈਂ ਹੈਰਾਨ ਸੀ, ਪਰ ਫਿਰ ਵੀ ਮੈਂ ਰਵੀ ਦੀ ਗੱਲ ਮੰਨ ਲਈ। ਵਿਆਹ ਤੋਂ 15 ਦਿਨ ਬਾਅਦ ਹੀ ਰਵੀ ਮੈਨੂੰ ਸ਼ਹਿਰ ਲੈ ਕੇ ਆ ਗਿਆ ਤੇ ਅਜੇ ਤੱਕ ਸਾਡੇ ਵਿਚਕਾਰ ਕੋਈ ਸਰੀਰਕ ਸੰਬੰਧ ਨਹੀਂ ਸੀ। ਤੇ ਫਿਰ ਅਸੀਂ ਸ਼ਹਿਰ ਵਿੱਚ ਸਿਰਫ 15 ਦਿਨ ਹੀ ਰਹੇ ਤੇ ਕੰਪਨੀ ਦੇ ਵੱਲੋਂ ਰਵੀ ਨੇ ਵਿਦੇਸ਼ ਜਾਣਾ ਸੀ ਤੇ ਰਵੀ 3 ਮਹੀਨਿਆਂ ਤੋਂ ਵਿਦੇਸ਼ ਵਿੱਚ ਹੀ ਸੀ ਤੇ ਮੈਂ ਇੱਥੇ ਫਲੈਟ ਵਿੱਚ ਇਕੱਲੀ ਰਹਿ ਰਹੀ ਸੀ। ਅੱਜ ਦੀ ਖਬਰ ਨੇ ਮੇਰੇ ਦਿਲ ਨੂੰ ਬੇਚੈਨ ਕਰ ਦਿੱਤਾ ਸੀ। ਮੇਰਾ ਦਿਓਰ ਅਜੇ ਦਾ ਮੇਰੇ ਘਰ ਆਉਣਾ ਤੇ ਫਿਰ ਮੇਰੇ ਨਾਲ ਇਸੇ ਘਰ ਵਿੱਚ ਰਹਿਣਾ। ਨੌਕਰੀ ਦਾ ਮਿਲਣ ਦਾ ਮਤਲਬ ਇਹ ਸੀ ਕਿ ਕਈ ਮਹੀਨੇ ਇੱਥੇ ਹੀ ਰਹੇਗਾ। ਸੰਭਵ ਹੈ ਕਿ ਜੇਕਰ ਨੌਕਰੀ ਪੱਕੀ ਹੋ ਗਈ ਤਾਂ ਇਹ ਸਦਾ ਲਈ ਇੱਥੇ ਹੀ ਰਹੇਗਾ ਤੇ ਫਿਰ ਰਵੀ 6 ਮਹੀਨਿਆਂ ਤੋਂ ਪਹਿਲਾਂ ਆਉਣ ਵਾਲਾ ਨਹੀਂ ਸੀ। ਮੈਨੂੰ ਇਹ ਸੋਚ ਕੇ ਚਿੰਤਾ ਹੋ ਰਹੀ ਸੀ। ਅਗਲੇ ਦਿਨ ਮੈਂ ਉਸ ਦੀ ਪਸੰਦ ਦਾ ਖਾਣਾ ਬਣਾ ਲਿਆ ਸੀ ਕਿਉਂਕਿ ਮੇਰੀ ਸੱਸ ਨੇ ਖਾਸ ਤੌਰ 'ਤੇ ਕਿਹਾ ਸੀ ਕਿ ਅਜੇ ਨੂੰ ਰਾਜਮਾ ਚੌਲ, ਬੂੰਦੀ ਰਾਇਤਾ ਤੇ ਕੜਾਹੀ ਪਨੀਰ ਪਸੰਦ ਦਾ। ਇਸ ਲਈ ਮੈਂ ਉਸ ਦੀ ਪਸੰਦ ਦਾ ਖਾਣਾ ਹੀ ਬਣਾਉਣਾ ਸੀ। 7 ਵਜੇ ਮੇਰੇ ਦਰਵਾਜ਼ੇ ਦੀ ਘੰਟੀ ਵੱਜੀ। ਮੈਨੂੰ ਪਤਾ ਸੀ ਕਿ ਇਹ ਅਜੇ ਹੋਵੇਗਾ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖ ਰਿਹਾ ਸੀ ਤੇ ਬਿਨਾਂ ਕਿਸੇ ਤੇ
ਸੰਗ ਦੇ ਆਪਣਾ ਬੈਗ ਅੰਦਰ ਲੈ ਕੇ ਆ ਗਿਆ। ਉਸਨੇ ਕਿਹਾ, ਇਸ ਬੱਸ ਦੇ ਸਫ਼ਰ ਨੇ ਤਾਂ ਮੈਨੂੰ ਥਕਾ ਦਿੱਤਾ, ਇਸ ਲਈ ਮੈਂ 2 ਦਿਨ ਆਰਾਮ ਕਰਾਂਗਾ। ਤੇ ਫਿਰ ਉਸਨੇ ਪੁੱਛਿਆ ਕਿ ਮੇਰਾ ਕਮਰਾ ਕਿਹੜਾ। ਮੇਰੇ ਫਲੈਟ ਵਿੱਚ 2 ਹੀ ਕਮਰੇ ਸਨ। ਮੈਂ ਦੂਜੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ। ਉਸ ਕਮਰੇ ਵਿੱਚ ਬਹੁਤਾ ਫਰਨੀਚਰ ਨਹੀਂ ਸੀ। ਉਸਨੇ ਕਮਰੇ ਵੱਲ ਇੱਕ ਨਜ਼ਰ ਮਾਰੀ ਤੇ ਕਿਹਾ, ਮੈਂ ਇੱਥੇ ਨਹੀਂ ਰਹਿ ਸਕਦਾ, ਤੁਸੀਂ ਇੱਥੇ ਸੌਂ ਜਾਓ, ਮੈਂ ਬੈੱਡ ਤੇ ਹੀ ਸੌਂਦਾ ਹਾਂ। ਇਹ ਕਹਿ ਕੇ ਉਹ ਬੜੇ ਆਰਾਮ ਨਾਲ ਮੇਰੇ ਕਮਰੇ ਵਿੱਚ ਚਲਾ ਗਿਆ। ਮੈਂ ਹੈਰਾਨੀ ਨਾਲ ਉਸ ਵੱਲ ਦੇਖਦੀ ਰਹੀ। ਉਸ ਸਮੇਂ ਮੈਂ ਉਸ ਨਾਲ ਬਹਿਸ ਕਰਨ ਦੇ ਮੂਡ ਵਿੱਚ ਨਹੀਂ ਸੀ ਅਤੇ ਉਹ ਕੀ ਸੋਚੇਗਾ, ਪਰ ਭਾਬੀ ਨੇ ਆਉਂਦਿਆਂ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਹ ਮੇਰੇ ਤੋਂ ਸਿਰਫ 1 ਸਾਲ ਛੋਟਾ ਸੀ, ਪਰ ਉਹ ਆਪਣੇ ਕੱਦ ਕਾਰਨ ਮੇਰੇ ਤੋਂ ਵੱਡਾ ਲੱਗਦਾ ਸੀ। ਜਦੋਂ ਤੱਕ ਮੈਂ ਖਾਣਾ ਗਰਮ ਕੀਤਾ, ਉਹ ਇਸ਼ਨਾਨ ਕਰਕੇ ਵਾਪਸ ਆ ਚੁੱਕਾ ਸੀ ਤੇ ਆਪਣੀ ਪਸੰਦ ਦਾ ਇੰਨਾ ਭੋਜਨ ਮੇਜ਼ ਤੇ ਰੱਖਿਆ ਦੇਖ ਕੇ ਉਹ ਖੁਸ਼ ਹੋ ਗਿਆ। ਉਸਨੇ ਕਿਹਾ ਕਿ ਤੁਹਾਡੇ ਹੱਥ ਵਿੱਚ ਬਹੁਤ ਸਵਾਦ ਆ। ਖੈਰ, ਮੈਂ ਪਹਿਲੀ ਵਾਰ ਤੁਹਾਡੇ ਹੱਥ ਦਾ ਖਾਣਾ ਖਾਧਾ ਕਿਉਂਕਿ ਤੁਸੀਂ ਵਿਆਹ ਤੋਂ ਤੁਰੰਤ ਬਾਅਦ ਸ਼ਹਿਰ ਆ ਗਏ ਸੀ। ਇਹ ਕਹਿ ਕੇ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਇਆ ਹਾਂ, ਚਲੋ ਆਓ ਮੈਂ ਤੁਹਾਨੂੰ ਦਿਖਾਵਾਂ। ਉਹ ਬਿਨਾਂ ਕਿਸੇ ਝਿਜਕ ਦੇ ਮੇਰਾ ਹੱਥ ਫੜ ਕੇ ਕਮਰੇ ਵਿੱਚ ਲੈ ਗਿਆ। ਮੈਂ ਗੁੱਸੇ ਵਿੱਚ ਕਿਹਾ, ਮੇਰਾ ਹੱਥ ਛੱਡੋ। ਉਸਨੇ ਕਿਹਾ, ਪਹਿਲਾਂ ਮੈਂ ਤੁਹਾਨੂੰ ਤੋਹਫਾ ਤਾਂ ਦਿਖਾਵਾਂ। ਫਿਰ ਉਸਨੇ ਮੈਨੂੰ ਇੱਕ ਫੈਂਸੀ ਸੂਟ ਦਿੱਤਾ। ਮੈਂ ਉਸਦੇ ਹੱਥੋਂ ਸੂਟ ਲਿਆ, ਪਰ ਉਹ ਜਿਸ ਤਰ੍ਹਾਂ ਦਾ ਮੁੰਡਾ ਸੀ, ਮੈਂ ਸੋਚਿਆ ਕਿ ਮੈਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ। ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲਿਆ ਸੀ। ਰਾਤ ਨੂੰ ਅਜੇ ਕਮਰੇ ਵਿੱਚ ਹੀ ਸੌਂ ਗਿਆ ਤੇ ਮੈਨੂੰ ਸੋਫੇ ਉੱਤੇ ਸੌਣਾ ਪਿਆ। ਮੈਂ ਸੋਚਿਆ ਕਿ ਅਗਲੇ ਦਿਨ ਉਸ ਨੂੰ ਕਹਾਂਗੀ ਕਿ ਮੈਂ ਆਪਣੇ ਕਮਰੇ ਦੀ ਆਦੀ ਹਾਂ। ਜੇਕਰ ਉਸ ਨੂੰ ਔਖਾ ਲੱਗਦਾ ਹੈ ਤਾਂ ਉਹ ਹਾਲ ਵਿੱਚ ਸੋਫਾ ਰੱਖ ਕੇ ਡਰਾਇੰਗ ਰੂਮ ਨੂੰ ਆਪਣਾ ਕਮਰਾ ਬਣਾ ਲਵੇ। ਮੈਨੂੰ ਨਹੀਂ ਪਤਾ ਸੀ ਕਿ ਉਸਨੇ ਕਿੰਨਾ ਸਮਾਂ ਰੁਕਣਾ ਸੀ, ਪਰ ਜਦੋਂ ਮੈਂ ਸਵੇਰੇ ਉੱਠ ਕੇ ਬਾਹਰ ਆਈ ਤਾਂ ਉਹ ਜਾ ਚੁੱਕਾ ਸੀ। ਪਰ ਦੁਪਹਿਰ ਵੇਲੇ ਉਹ ਬੜੀ ਖੁਸ਼ੀ ਨਾਲ ਘਰ ਵੜਿਆ। ਉਸਨੇ ਕਿਹਾ ਕਿ ਮੇਰੀ ਨੌਕਰੀ ਪੱਕੀ ਹੋ ਗਈ ਆ, ਮੈਂ ਕੱਲ੍ਹ ਤੋਂ ਜੁਆਇਨ ਕਰਾਂਗਾ। ਇਹ ਕਹਿ ਕੇ ਉਹ ਬੜੇ ਹੀ ਲੋਫਰ ਅੰਦਾਜ਼ ਵਿੱਚ ਸੋਫੇ 'ਤੇ ਬੈਠ ਗਿਆ ਤੇ ਉਸਨੇ ਸਾਹਮਣੇ ਮੇਜ਼ 'ਤੇ ਪੈਰ ਰੱਖ ਦਿੱਤੇ। ਉਸਨੇ ਕਿਹਾ, ਮੈਂ ਥੱਕ ਗਿਆ ਹਾਂ ਕਿ ਮੈਨੂੰ ਇੱਕ ਕੱਪ ਚਾਹ ਦਾ ਮਿਲੇਗਾ। ਮੈਂ ਉਸਦੀ ਵੱਡੀ ਭਾਬੀ ਸੀ, ਪਰ ਉਸਨੇ ਇੱਜ਼ਤ ਵਾਲਾ ਕੋਈ ਸ਼ਬਦ ਨਹੀਂ ਵਰਤਿਆ ਸੀ। ਮੈਂ ਉਸ ਲਈ ਚਾਹ ਤਿਆਰ ਕੀਤੀ ਤੇ ਕਿਹਾ ਕਿ ਮੈਂ ਆਪਣੇ ਕਮਰੇ ਦੀ ਆਦੀ ਹਾਂ, ਤੁਸੀਂ ਡਰਾਇੰਗ ਰੂਮ ਨੂੰ ਆਪਣਾ ਕਮਰਾ ਬਣਾ ਲਓ। ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਇਸ ਤਰ੍ਹਾਂ ਜਵਾਬ ਦੇ ਸਕਦਾ। ਕਹਿਣ ਲੱਗਾ, ਜੇ ਤੁਸੀਂ ਚਾਹੋ ਤਾਂ ਅਸੀਂ ਇੱਕ ਕਮਰੇ ਵਿੱਚ ਐਡਜਸਟ ਕਰ ਸਕਦੇ ਹਾਂ। ਤੇ ਇਹ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ। ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਤੇ ਉਹ ਹੱਸਣ ਲੱਗ ਪਿਆ। ਉਸਨੇ ਕਿਹਾ ਕਿ ਮੈਂ ਮਜ਼ਾਕ ਕਰ ਰਿਹਾ ਸੀ। ਜਦੋਂ ਮੈਂ ਉੱਠ ਕੇ ਰਸੋਈ ਵਿੱਚ ਜਾਣ ਲੱਗੀ ਤਾਂ ਉਸਨੇ ਮੈਨੂੰ ਕਿਹਾ ਕਿ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਤੁਸੀਂ ਬਹੁਤ ਸੋਹਣੇ ਲੱਗਦੇ ਹੋ। ਉਸਨੇ ਇੱਕ ਗੱਲ ਕਹੀ ਤੇ ਉਸ ਗੱਲ ਨੂੰ ਅੱਧ ਵਿਚਾਲੇ ਹੀ ਛੱਡ ਕੇ ਸ਼ਰਾਰਤੀ ਢੰਗ ਨਾਲ ਮੁਸਕਰਾਉਣ ਲੱਗ ਪਿਆ। ਮੈਂ ਜਾਣਦੀ ਸੀ ਕਿ ਉਹ ਇਸ ਕਿਸਮ ਦੀ ਗੱਲ ਕਰਨ ਦਾ ਆਦੀ ਸੀ, ਭਾਵੇਂ ਦੂਜਾ ਵਿਅਕਤੀ ਉਸ ਦੀਆਂ ਗੱਲਾਂ ਤੋਂ ਪਰੇਸ਼ਾਨ ਹੁੰਦਾ ਹੋਵੇ, ਪਰ ਉਹ ਹਟਦਾ ਨਹੀਂ ਸੀ। ਮੈਂ ਰਾਤ ਦਾ ਖਾਣਾ ਬਣਾ ਰਹੀ ਸੀ। ਉਹ ਹਾਲ ਵਿੱਚ ਬੈਠਾ ਟੀਵੀ ਦੇਖ ਰਿਹਾ ਸੀ, ਪਰ ਜਿਸ ਤਰ੍ਹਾਂ ਦੀ ਅੰਗਰੇਜ਼ੀ ਫਿਲਮ ਉਹ ਦੇਖ ਰਿਹਾ ਸੀ, ਮੈਂ ਰਸੋਈ ਦੇ ਅੰਦਰੋਂ ਦੀ ਆਵਾਜ਼ ਸੁਣ ਸਕਦੀ ਸੀ। ਉਹ ਬਹੁਤ ਹੀ ਘਟੀਆ ਇਨਸਾਨ ਸੀ। ਉਸ ਨੂੰ ਇੰਨੀ ਵੀ ਸ਼ਰਮ ਨਹੀਂ ਸੀ ਕਿ ਘਰ ਵਿੱਚ ਉਸ ਦੀ ਭਰਜਾਈ ਮੌਜੂਦ ਆ। ਪਰ ਮੈਂ ਚੁੱਪ ਰਹੀ, ਕੁਝ ਨਹੀਂ ਕਹਿ ਸਕੀ। ਰਾਤ ਦਾ ਖਾਣਾ ਤਿਆਰ ਕਰਕੇ ਮੈਂ ਆਪਣੇ ਕਮਰੇ 'ਚ ਚਲੀ ਗਈ। ਜਦੋਂ ਮੈਂ ਕਮਰੇ ਦੀ ਹਾਲਤ ਦੇਖੀ ਤਾਂ ਮੇਰਾ ਸਿਰ ਘੁੰਮ ਕੇ ਰਹਿ ਗਿਆ। ਮੈਂ ਆਪਣਾ ਸਿਰ ਫੜ ਕੇ ਬੈਠ ਗਈ। ਉਸ ਦੇ ਸਾਰੇ ਕੱਪੜੇ ਖਿਲਰੇ ਹੋਏ ਸਨ, ਤੌਲੀਆ ਕਿਤੇ, ਜੁੱਤੀਆਂ ਕਿਤੇ, ਜਰਾਬਾਂ ਕਿਧਰੇ। ਉਹ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਓਨੀ ਹੀ ਗੰਦਗੀ ਪਸੰਦ ਸੀ ਜਿੰਨੀ ਮੈਨੂੰ ਸਫਾਈ। ਮੈਂ ਉਸ ਦੇ ਸਾਰੇ ਕੱਪੜੇ ਚੁੱਕ ਲਏ ਤੇ ਧੋਣ ਲਈ ਮਸ਼ੀਨ 'ਚ ਪਾ ਦਿੱਤੇ। ਬੈਗ ਬੰਦ ਕਰਕੇ ਬਾਹਰ ਹਾਲ ਵਿੱਚ ਰੱਖ ਦਿੱਤਾ। ਅਗਲੇ ਹੀ ਦਿਨ ਉਸਨੇ ਬੈੱਡ ਲਿਆ ਕੇ ਕਮਰੇ ਵਿੱਚ ਰੱਖ ਲਿਆ ਤੇ ਇਸ ਤੋਂ ਪਹਿਲਾਂ ਕਿ ਉਹ ਘਰ ਵਿੱਚ ਆਉਂਦਾ ਮੈਂ ਖਾਣਾ ਤਿਆਰ ਕਰ ਲਿਆ ਤੇ ਆਪਣੇ ਕਮਰੇ 'ਚ ਚਲੀ ਗਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸੋਚਿਆ ਕਿ ਮੈਂ ਕਮਰੇ ਵਿੱਚ ਉਦੋਂ ਤੱਕ ਬਾਹਰ ਨਹੀਂ ਆਵਾਂਗੀ ਜਦੋਂ ਤੱਕ ਉਹ ਖਾਣਾ ਖਾ ਕੇ ਸੌਂ ਨਹੀਂ ਜਾਵੇਗਾ। ਮੈਂ ਚਾਹੁੰਦੀ ਸੀ ਕਿ ਉਸ ਨਾਲ ਮੇਰਾ ਸਾਹਮਣਾ ਘੱਟ ਹੀ ਹੋਵੇ ਕਿਉਂਕਿ ਉਹ ਬਹੁਤ ਬਦਤਮੀਜ਼ ਇਨਸਾਨ ਸੀ, ਪਰ ਮੈਂ ਹੈਰਾਨ ਰਹਿ ਗਈ ਜਦੋਂ ਉਹ ਮੇਰਾ ਦਰਵਾਜ਼ਾ ਖੜਕਾਉਣ ਲੱਗਾ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਕਿਹਾ, ਖਾਣਾ ਮੇਜ਼ 'ਤੇ ਰੱਖ ਦਿਓ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਬਾਹਰ ਕੋਈ ਭੁੱਖਾ ਪਿਆਸਾ ਬੈਠਾ। ਮੈਂ ਕਿਹਾ, ਸਭ ਕੁਝ ਤਿਆਰ ਆ, ਤੂੰ ਇਸ ਨੂੰ ਥਾਲੀ 'ਚ ਪਾ ਕੇ ਖਾ ਲਾ, ਇਹ ਤਾਂ ਤੂੰ ਵੀ ਕਰ ਸਕਦਾ। ਮੇਰੀ ਗੱਲ ਸੁਣ ਕੇ ਉਹ ਨਾ ਵਿੱਚ ਸਿਰ ਹਿਲਾ ਕੇ ਕਹਿਣ ਲੱਗਾ, ਮੈਂ ਬਹੁਤ ਕੁਝ ਕਰ ਸਕਦਾ ਹਾਂ,
ਪਰ ਇਹ ਕਹਿ ਕੇ ਉਹ ਫਿਰ ਮੁਸਕਰਾਉਣ ਲੱਗਾ। ਮੈਨੂੰ ਉਸ ਦੀ ਮੁਸਕਰਾਹਟ ਜ਼ਹਿਰ ਲੱਗਦੀ ਸੀ ਤੇ ਫਿਰ ਉਹ ਮੇਰਾ ਥੋੜ੍ਹਾ ਜਿਹਾ ਨੇੜੇ ਆਇਆ ਤੇ ਕਿਹਾ ਕਿ ਮੈਨੂੰ ਇਹ ਕੰਮ ਕਰਨ ਦੀ ਆਦਤ ਨਹੀਂ ਆ, ਇਸ ਲਈ ਤੁਹਾਨੂੰ ਮੁਸ਼ਕਲ ਹੋਵੇਗੀ, ਪਰ ਇਹ ਸਭ ਕੁਝ ਤੁਹਾਨੂੰ ਹੀ ਕਰਨਾ ਪਵੇਗਾ। ਚਲੋ ਜਲਦੀ ਆ ਕੇ ਖਾਣਾ ਦਿਓ, ਮੈਨੂੰ ਬਹੁਤ ਭੁੱਖ ਲੱਗ ਰਹੀ ਆ। ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਤੇ ਰਸੋਈ 'ਚ ਚਲੀ ਗਈ। ਮੈਂ ਖਾਣਾ ਗਰਮ ਕਰਕੇ ਮੇਜ਼ 'ਤੇ ਰੱਖਿਆ। ਮੈਂ ਉਸ ਦੇ ਸਾਹਮਣੇ ਬੈਠ ਕੇ ਖਾਣਾ ਨਹੀਂ ਚਾਹੁੰਦੀ ਸੀ, ਇਸ ਲਈ ਮੈਂ ਆਪਣੀ ਪਲੇਟ ਚੁੱਕੀ ਤੇ ਆਪਣੇ ਕਮਰੇ ਵਿੱਚ ਜਾਣ ਲੱਗੀ। ਫਿਰ ਉਸਨੇ ਪੁੱਛਿਆ ਕਿ ਇਹ ਕੀ ਆ, ਇੱਥੇ ਮੇਰੇ ਸਾਹਮਣੇ ਬੈਠ ਕੇ ਖਾਓ, ਮੈਂ ਤੁਹਾਨੂੰ ਥੋੜੀ ਖਾ ਜਾਵਾਂਗਾ। ਵੈਸੇ ਵੀ ਮੈਂ ਇੱਕ ਸ਼ਾਕਾਹਾਰੀ ਹਾਂ, ਇਸ ਲਈ ਤੁਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ, ਮੈਂ ਤੁਹਾਨੂੰ ਨਹੀਂ ਖਾਵਾਂਗਾ। ਇਹ ਕਹਿ ਕੇ ਉਹ ਹੱਸ ਪਿਆ। ਉਸਨੇ ਕਿਹਾ, ਤੁਸੀਂ ਮੇਰੀ ਭਾਬੀ ਹੋ, ਪਰ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਤੇ ਤੁਸੀਂ ਕੁਝ ਨਹੀਂ ਕਹਿੰਦੇ। ਮੈਂ ਬਹੁਤ ਬੋਰ ਹੋ ਰਿਹਾ ਹਾਂ। ਮੈਨੂੰ ਲੱਗਦਾ ਕਿ ਭਰਾ ਵੀ ਇਸੇ ਕਰਕੇ ਕਿਸੇ ਹੋਰ ਦੇਸ਼ ਨੂੰ ਭੱਜ ਗਿਆ ਏ, ਕਿਉਂਕਿ ਤੁਸੀਂ ਉਸ ਨਾਲ ਵੀ ਅਜਿਹਾ ਸਲੂਕ ਕਰਦੇ ਹੋਵੋਗੇ। ਇਸੇ ਲਈ ਉਹ ਆਪਣੀ ਜਾਨ ਛੁਡਾ ਕੇ ਚਲਾ ਗਿਆ। ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰਾ ਸਬਰ ਟੁੱਟ ਗਿਆ। ਮੈਂ ਕਿਹਾ, ਚੰਗਾ ਹੋਵੇਗਾ ਜੇ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ। ਤੁਹਾਨੂੰ ਖਾਣਾ ਮਿਲ ਰਿਹਾ, ਬਸ ਖਾ ਲਓ। ਮੈਂ ਕਿੱਥੇ ਬੈਠੀ ਹਾਂ, ਕੀ ਕਰਦੀ ਹਾਂ, ਕੀ ਨਹੀਂ ਕਰਦੀ, ਇਸ ਲਈ ਤੁਹਾਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਮੈਨੂੰ ਗੁੱਸੇ ਨਾਲ ਬੋਲਦਾ ਦੇਖ ਕੇ ਉਹ ਫਿਰ ਹੱਸਣ ਲੱਗ ਪਿਆ। ਉਸਨੇ ਕਿਹਾ ਕਿ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਹੋਰ ਵੀ ਵਧੀਆ ਲੱਗਦੇ ਹੋ। ਕਾਸ਼ ਰਵੀ ਦੀ ਥਾਂ ਮੈਂ ਹੁੰਦਾ ਤਾਂ। ਮੈਂ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਹ ਕਹਿਣ ਲੱਗਾ ਕਿ ਕਿਹੜੀ ਸ਼ਰਮ, ਦਿਓਰ ਤੇ ਭਰਜਾਈ ਵਿਚਕਾਰ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ, ਪਰ ਤੁਸੀਂ ਸ਼ਾਇਦ ਬਹੁਤ ਬੋਰ ਕੁੜੀ ਹੋ। ਬਸ ਮੇਰੇ ਨਾਲ ਸਮਾਂ ਬਿਤਾਓ ਤੇ ਤੁਸੀਂ ਵੀ ਸਮਝ ਜਾਓਗੇ ਜ਼ਿੰਦਗੀ ਕਿੰਨੀ ਖੂਬਸੂਰਤ ਆ। ਇਹ ਕਹਿੰਦੇ ਆ ਕਿ ਉਹ ਇੱਕ ਤੋਂ ਬਾਅਦ ਇੱਕ ਰੋਟੀਆਂ ਦੇ ਟੁਕੜਿਆਂ ਨੂੰ ਮੂੰਹ ਵਿੱਚ ਪਾ ਰਿਹਾ ਸੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ। ਮੈਂ ਕਿਹਾ ਕਿ ਜੇ ਮੈਂ ਰਵੀ ਨਾਲ ਤੇਰੇ ਬਾਰੇ ਗੱਲ ਕੀਤੀ ਤਾਂ ਉਹ ਤੈਨੂੰ ਸਲੀਕਾ ਸਿਖਾ ਦੇਵੇਗਾ ਤੇ ਆਪਣੀ ਭਰਜਾਈ ਨਾਲ ਕਿਵੇਂ ਗੱਲ ਕਰਨੀ ਵੀ ਆ। ਮੈਂ ਸੋਚਿਆ ਕਿ ਮੇਰੀ ਇਸ ਗੱਲ ਤੇ ਉਹ ਆਪਣਾ ਵਿਵਹਾਰ ਥੋੜਾ ਸੁਧਾਰ ਲਵੇਗਾ, ਪਰ ਅਜਿਹਾ ਨਹੀਂ ਹੋਇਆ। ਉਹ ਇਸ ਤਰ੍ਹਾਂ ਹੀ ਸੀ ਜਿਵੇਂ ਉਸ ਨੂੰ ਕਿਸੇ ਗੱਲ ਦੀ ਪਰਵਾਹ ਹੀ ਨਹੀਂ ਸੀ। ਮੈਂ ਰਵੀ ਨੂੰ ਫੋਨ ਤੇ ਅਜੇ ਬਾਰੇ ਸਭ ਕੁਝ ਦੱਸ ਦਿੱਤਾ, ਪਰ ਰਵੀ ਵੀ ਅਜੀਬ ਇਨਸਾਨ ਸੀ। ਉਹਨਾਂ ਕਿਹਾ ਕਿ ਤੁਹਾਡੀ ਸੋਚ ਗਲਤ ਆ, ਅਜਿਹਾ ਨਹੀਂ। ਪਤਾ ਨਹੀਂ ਕਿਉਂ ਉਸ ਨੂੰ ਆਪਣੇ ਭਰਾ ਤੇ ਇੰਨਾ ਭਰੋਸਾ ਸੀ। ਇੱਕ ਦਿਨ ਜਦੋਂ ਅਸੀਂ ਦਫ਼ਤਰ ਤੋਂ ਘਰ ਆਏ ਤਾਂ ਉਸਨੇ ਕਿਹਾ, ਸੋਨੂੰ ਮੇਰਾ ਸਿਰ ਬਹੁਤ ਤੇਜ਼ ਦਰਦ ਕਰ ਰਿਹਾ, ਤੁਸੀਂ ਅਜਿਹਾ ਕਰੋ ਕਿ ਮੇਰੇ ਸਿਰ ਦੀ ਹਲਕੀ ਜਿਹੀ ਮਾਲਿਸ਼ ਕਰੋ, ਉਸ ਤੋਂ ਬਾਅਦ ਹੀ ਮੈਂ ਖਾਣਾ ਖਾਵਾਂਗਾ। ਮੈਨੂੰ ਉਸ ਦੀਆਂ ਗੱਲਾਂ ਤੇ ਗੁੱਸਾ ਆ ਗਿਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਜਿਵੇਂ ਉਹ ਮੇਰਾ ਪਤੀ ਹੋਵੇ ਤੇ ਮੈਂ ਉਸ ਦੀ ਪਤਨੀ। ਅੱਜ ਤੱਕ ਉਸਨੇ ਕਦੇ ਮੈਨੂੰ ਭਾਬੀ ਨਹੀਂ ਕਿਹਾ ਸੀ। ਮੈਂ ਕਿਹਾ, ਤੁਸੀਂ ਕੋਈ ਦਰਦ ਦੀ ਦਵਾਈ ਲੈ ਲਵੋ ਤੇ ਕੁਝ ਦੇਰ ਬਾਅਦ ਖਾਣਾ ਖਾ ਲੈਣਾ, ਪਰ ਉਹ ਵੀ ਅੜ ਗਿਆ। ਉਸਨੇ ਕਿਹਾ ਕਿ ਨਹੀਂ, ਤੁਸੀਂ ਮੇਰੇ ਸਿਰ ਦੀ ਮਾਲਿਸ਼ ਕਰੋ ਤਾਂ ਹੀ ਮੇਰਾ ਸਿਰ ਦਰਦ ਠੀਕ ਹੋਵੇਗਾ। ਮੈਂ ਉਦੋਂ ਹੀ ਖਾਣਾ ਖਾਵਾਂਗਾ, ਨਹੀਂ ਤਾਂ ਮੈਂ ਭੁੱਖਾ ਸੌਂ ਜਾਵਾਂਗਾ। ਮਜਬੂਰੀ ਵਿੱਚ ਮੈਂ ਤੇਲ ਦੀ ਬੋਤਲ ਲੈ ਕੇ ਉਸਦੇ ਕਮਰੇ 'ਚ ਚਲੀ ਗਈ ਤੇ ਉਸਦੇ ਸਿਰ ਤੇਲ ਨਾਲ ਹਲਕੀ ਜਿਹੀ ਮਾਲਿਸ਼ ਕਰਨ ਲੱਗੀ। ਉਹ ਬਿਸਤਰੇ 'ਤੇ ਲੇਟਿਆ ਹੋਇਆ ਸੀ। ਮੈਂ ਉਸਦੀ ਦੂਜੀ ਸਾਈਡ 'ਤੇ ਬੈਠੀ ਉਸਦੇ ਸਿਰ ਦੀ ਮਾਲਿਸ਼ ਕਰ ਰਹੀ ਸੀ। ਉਹ ਮੇਰੇ ਵੱਲ ਘੂਰ ਰਿਹਾ ਸੀ। ਜਦੋਂ ਮੇਰੀਆਂ ਅੱਖਾਂ ਉਸ ਨਾਲ ਇੱਕ ਦੋ ਵਾਰ ਮਿਲੀਆਂ ਤਾਂ ਉਸ ਦੀਆਂ ਅੱਖਾਂ ਬੇਅੰਤ ਸ਼ਰਾਰਤ ਨਾਲ ਭਰੀਆਂ ਹੋਈਆਂ ਸੀ। ਉਸ ਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਗੁੱਸਾ ਆਉਣ ਲੱਗਾ। ਮੈਂ ਕਿਹਾ, ਆਰਾਮ ਨਾਲ ਮਸਾਜ ਕਰਵਾਓ ਤੇ ਅੱਖਾਂ ਨੀਵੀਆਂ ਰੱਖੋ। ਮੇਰੇ ਵੱਲ ਇਸ ਤਰ੍ਹਾਂ ਘੂਰ ਕੇ ਕੀ ਦੇਖ ਰਹੇ ਹੋ? ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸ ਪਿਆ। ਉਸਨੇ ਕਿਹਾ, ਮੈਂ ਦੇਖ ਰਿਹਾ ਹਾਂ ਕਿ ਤੁਸੀਂ ਕਿੰਨੇ ਮਾਸੂਮ ਤੇ ਪਿਆਰੇ ਹੋ। ਜਿਵੇਂ ਹੀ ਮੈਂ ਤੁਹਾਨੂੰ ਦੇਖਦਾ ਹਾਂ ਮੈਨੂੰ ਆਪਣੇ ਦਿਲ ਤੇ ਕਾਬੂ ਨਹੀਂ ਰੱਖ ਸਕਦਾ। ਮੈਂ ਵੀ ਗੁੱਸੇ ਨਾਲ ਤੇਲ ਦੀ ਬੋਤਲ ਚੁੱਕ ਲਈ ਤੇ ਕਮਰੇ ਤੋਂ ਬਾਹਰ ਨਿਕਲਣ ਲੱਗੀ। ਮੈਂ ਪਿੱਛੇ ਤੋਂ ਉਸਦਾ ਹਾਸਾ ਸੁਣਿਆ। ਉਸਨੇ ਕਿਹਾ, ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਤੈਨੂੰ ਗੁੱਸਾ ਆ ਗਿਆ? ਮਾਲਿਸ਼ ਤਾਂ ਕਰ ਦਿਓ। ਮੈਨੂੰ ਸੱਚਮੁੱਚ ਬਹੁਤ ਮਜ਼ਾ ਆ ਰਿਹਾ ਸੀ, ਪਰ ਮੈਂ ਉਸਦੀ ਗੱਲ ਨਾ ਸੁਣੀ ਤੇ ਕਮਰੇ ਤੋਂ ਬਾਹਰ ਆ ਗਈ। ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਮੈਂ ਕਿਹਾ ਕਿ ਖਾਣਾ ਮੇਜ਼ ਤੇ ਹੈ, ਖਾ ਲਿਓ, ਮੈਂ ਸੌਣ ਜਾ ਰਹੀ ਹਾਂ। ਮੈਂ ਆਪਣੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਆਪਣੇ ਬਿਸਤਰੇ 'ਤੇ ਲੇਟ ਗਈ। ਹਾਲਾਂਕਿ ਮੇਰੇ ਕੰਨ ਬਾਹਰ ਵੱਲ ਹੀ ਸਨ। ਪਤਾ ਨਹੀਂ ਉਹ ਹੁਣ ਖਾਣਾ ਖਾਵੇਗਾ ਜਾਂ ਇਸ ਤਰ੍ਹਾਂ ਭੁੱਖਾ ਹੀ ਸੌਂ ਜਾਵੇਗਾ। ਮੈਂ ਉਸ ਨਾਲ ਸੱਚਮੁੱਚ ਗੁੱਸੇ ਵਿੱਚ ਸੀ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਭੁੱਖਾ ਸੌਂ ਜਾਵੇ, ਇਸ ਲਈ ਮੇਰੇ ਕੰਨ ਬਾਹਰ ਵੱਲ ਹੀ ਸਨ। ਤਕਰੀਬਨ ਅੱਧੇ ਘੰਟੇ ਬਾਅਦ ਮੈਨੂੰ ਬਾਹਰ ਭਾਂਡਿਆਂ ਦੇ ਖੜਕਣ ਦੀ ਆਵਾਜ਼ ਦੇਣ ਲੱਗੀ ਅਤੇ ਮੇਰੇ ਦਿਲ ਨੂੰ ਆਰਾਮ ਮਹਿਸੂਸ ਹੋਇਆ ਤੇ ਮੈਂ ਆਰਾਮ ਨਾਲ ਸੌਂ ਗਈ। ਮੈਨੂੰ ਨਹੀਂ ਪਤਾ ਸੀ ਕਿ ਰਾਤ ਦਾ ਕਿਹੜਾ ਸਮਾਂ ਸੀ
ਕਿ ਕੁਝ ਅਜੀਬ ਜਿਹਾ ਸੁਣਿਆ। ਇਸ ਆਵਾਜ਼ ਕਾਰਨ ਹੀ ਮੇਰੀ ਅੱਖ ਖੁੱਲ੍ਹ ਗਈ। ਮੈਨੂੰ ਲੱਗਾ ਜਿਵੇਂ ਮੇਰੇ ਕਮਰੇ ਦੀ ਬਾਲਕਨੀ ਵਿੱਚ ਕੋਈ ਮੌਜੂਦ ਹੋਵੇ। ਮੈਂ ਸਾਫ਼-ਸਾਫ਼ ਕਿਸੇ ਨੂੰ ਤੁਰਦਾ ਸੁਣ ਰਹੀ ਸੀ। ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਮੈਂ ਕੰਮ ਦੇ ਹੱਥਾਂ ਨਾਲ ਪਰਦਾ ਹਟਾਇਆ ਤਾਂ ਦੇਖਿਆ ਕਿ ਉੱਥੇ 2 ਆਦਮੀ ਮੌਜੂਦ ਸਨ। ਦੋਵਾਂ ਦੇ ਹੱਥਾਂ ਵਿੱਚ ਪਿਸਟਲ ਸਨ। ਮੇਰਾ ਦਿਲ ਡਰ ਗਿਆ ਤੇ ਚੋਰ ਸਾਡੇ ਘਰ ਵੜ ਗਏ ਹਨ। ਚੋਰ ਮੇਰੇ ਕਮਰੇ ਦੀ ਬਾਲਕਨੀ ਵਿੱਚ ਸਨ। ਮੇਰੀ ਬਾਲਕਨੀ ਦਾ ਦਰਵਾਜ਼ਾ ਮੇਰੇ ਕਮਰੇ ਵਿੱਚ ਖੁੱਲ੍ਹਦਾ ਸੀ ਤੇ ਚੋਰ ਕਮਰੇ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਖੜ੍ਹੇ ਸਨ। ਉਹ ਦਰਵਾਜ਼ਾ ਖੋਲ੍ਹ ਕੇ ਕੁਝ ਹੀ ਪਲ ਵਿੱਚ ਅੰਦਰ ਆ ਸਕਦੇ ਸਨ। ਮੈਨੂੰ ਯਾਦ ਨਹੀਂ ਸੀ ਕਿ ਗੇਟ ਖੁੱਲ੍ਹਾ ਸੀ ਜਾਂ ਲੌਕ ਸੀ, ਪਰ ਮੇਰੇ ਕੋਲ ਜਾ ਕੇ ਦਰਵਾਜ਼ਾ ਚੈੱਕ ਕਰਨ ਦਾ ਸਮਾਂ ਵੀ ਨਹੀਂ ਸੀ। ਜੇ ਮੈਂ ਦਰਵਾਜ਼ੇ ਤੱਕ ਜਾਂਦੀ ਤਾਂ ਉਹ ਅੰਦਰ ਆ ਕੇ ਮੈਨੂੰ ਫੜ ਸਕਦੇ ਸੀ। ਮੈਂ ਬਾਹਰ ਜਾਣਾ ਬਿਹਤਰ ਸਮਝਿਆ। ਮੈਂ ਜਲਦੀ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਵੱਲ ਭੱਜੀ। ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਮੈਂ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਸੀ, ਪਰ ਇਹ ਮੇਰੀ ਗਲਤਫਹਿਮੀ ਸੀ ਕਿਉਂਕਿ ਸਾਡੇ ਕਮਰੇ ਵਿੱਚ ਇੱਕ ਖਿੜਕੀ ਸੀ ਤੇ ਅੰਦਰੋਂ ਖਿੜਕੀ ਨੂੰ ਖੋਲ੍ਹ ਕੇ ਕਮਰੇ ਦੀ ਕੁੰਡੀ ਨੂੰ ਬਾਹਰੋਂ ਆਸਾਨੀ ਨਾਲ ਖੋਲ੍ਹਿਆ ਜਾ ਸਕਦਾ ਸੀ। ਮੈਂ ਕਾਹਲੀ ਨਾਲ ਅਜੇ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ। ਉਹ ਵੀ ਸ਼ਾਇਦ ਗੂੜ੍ਹੀ ਨੀਂਦ 'ਚੋਂ ਜਾਗ ਚੁੱਕਾ ਸੀ। ਅੱਖਾਂ ਖੋਲ੍ਹ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗਾ। ਮੇਰੇ ਚਿਹਰੇ 'ਤੇ ਉਦਾਸ ਨਜ਼ਰ ਦੇਖ ਕੇ ਉਸਨੇ ਮੈਨੂੰ ਪੁੱਛਿਆ ਕਿ ਕੀ ਹੋਇਆ। ਮੈਂ ਉਸਨੂੰ ਧੱਕਾ ਦੇ ਕੇ ਉਸਦੇ ਕਮਰੇ ਵਿੱਚ ਆ ਗਈ। ਮੈਂ ਝੱਟ ਉਸਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਤੇ ਲੌਕ ਕਰ ਦਿੱਤਾ। ਇਹ ਸਭ ਦੇਖ ਕੇ ਉਹ ਬਹੁਤ ਹੈਰਾਨ ਹੋਇਆ। ਮੇਰੀ ਹਾਲਤ ਠੀਕ ਨਹੀਂ ਸੀ। ਡਰ ਕਾਰਨ ਮੇਰੀ ਜ਼ੁਬਾਨ ਤੋਂ ਸ਼ਬਦ ਨਹੀਂ ਨਿਕਲ ਰਹੇ ਸੀ। ਮੈਂ ਬੜੀ ਮੁਸ਼ਕਲ ਨਾਲ ਕਿਹਾ ਕਿ ਮੇਰੇ ਕਮਰੇ ਵਿੱਚ ਚੋਰ ਆ। ਮੇਰੀ ਗੱਲ ਅਜੇ ਇੱਥੇ ਹੀ ਪਹੁੰਚੀ ਸੀ ਕਿ ਕਮਰੇ ਦਾ ਦਰਵਾਜ਼ਾ ਖੜਕਾਉਣ ਦੀ ਆਵਾਜ਼ ਆਈ। ਇਹ ਸੁਣ ਕੇ ਮੇਰੇ ਅੰਦਰੋਂ ਜੋ ਹੌਸਲਾ ਬਚਿਆ ਸੀ ਉਸਨੇ ਵੀ ਜਵਾਬ ਦੇ ਦਿੱਤਾ। ਦਰਵਾਜ਼ੇ ਨੂੰ ਖੜਕਾਉਣ ਦੀ ਆਵਾਜ਼ ਸੁਣ ਕੇ ਅਜੇ ਵੀ ਡਰ ਗਿਆ ਤੇ ਮੇਰੀ ਹਾਲਤ ਅਜਿਹੀ ਸੀ ਕਿ ਮੇਰੇ ਦਿਲ ਦੀ ਧੜਕਣ ਬੰਦ ਹੋ ਗਈ ਅਤੇ ਫਿਰ ਅਜੇ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਡਰ ਦੇ ਮਾਰੇ ਮੈਂ ਉਸਦੀ ਛਾਤੀ ਦੇ ਨਾਲ ਲੱਗ ਕੇ ਉਸਦੀ ਕਮਰ ਨੂੰ ਦੋਹਾਂ ਹੱਥਾਂ ਨਾਲ ਫੜ ਲਿਆ। ਮੈਂ ਕਿਹਾ, ਬਾਹਰ ਚੋਰ ਹਨ। ਇਹ ਲੋਕ ਮੇਰੇ ਕਮਰੇ ਵਿੱਚ ਸਨ। ਮੈਂ ਡਰੀ ਹੋਈ ਸੀ। ਡਰ ਕਾਰਨ ਮੈਨੂੰ ਲੱਗਾ ਸ਼ਾਇਦ ਮੈਂ ਮਰ ਜਾਵਾਂਗੀ। ਮੈਨੂੰ ਆਪਣੀ ਗਲਤੀ ਦਾ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੈਂ ਕੀ ਕਰ ਰਹੀ ਹਾਂ। ਮੈਂ ਅਜੇ ਦੀ ਕਮਰ ਨੂੰ ਕੱਸ ਕੇ ਫੜਿਆ ਹੋਇਆ ਸੀ ਤੇ ਉਸਦੀ ਛਾਤੀ ਨਾਲ ਲੱਗੀ ਹੋਈ ਕੰਬ ਰਹੀ ਸੀ। ਸ਼ਾਇਦ ਮੈਂ ਬਹੁਤ ਡਰ ਗਈ ਸੀ। ਇੱਕ ਵਾਰ ਫਿਰ ਤੋਂ ਉੱਚੀ ਆਵਾਜ਼ ਆਉਣ ਲੱਗੀ। ਜੋ ਵੀ ਉੱਥੇ ਮੌਜੂਦ ਸੀ ਦਰਵਾਜ਼ਾ ਖੋਲ੍ਹਣ ਲਈ ਕਹਿਣ ਲੱਗਾ ਤੇ ਮੈਂ ਅਜੇ ਨੂੰ ਦਰਵਾਜ਼ਾ ਨਾ ਖੋਲ੍ਹਣ ਲਈ ਕਿਹਾ। ਉਹ ਸਾਨੂੰ ਦੋਹਾਂ ਨੂੰ ਮਾਰ ਦੇਣਗੇ। ਮੈਂ ਉਸਦੇ ਹੱਥ ਵਿੱਚ ਇੱਕ ਪਿਸਤੌਲ ਦੇਖਿਆ ਹੈ। ਮੈਂ ਉਸਨੂੰ ਇਹ ਸਭ ਕਹਿ ਰਹੀ ਸੀ। ਉਹ ਮੈਨੂੰ ਕਹਿਣ ਲੱਗਾ ਕਿ ਚਿੰਤਾ ਨਾ ਕਰ, ਇਹ ਲੋਕ ਅੰਦਰ ਨਹੀਂ ਆ ਸਕਦੇ, ਦਰਵਾਜ਼ਾ ਅੰਦਰੋਂ ਬੰਦ ਆ। ਉਸਨੇ ਮੈਨੂੰ ਆਪਣੇ ਤੋਂ ਦੂਰ ਧੱਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਡਰਦੇ ਮਾਰੇ ਉਸਦੀ ਛਾਤੀ ਦੇ ਨਾਲ ਲੱਗੀ ਹੋਈ ਸੀ। ਉਹ ਮੈਨੂੰ ਆਪਣੇ ਨਾਲ ਬੈੱਡ 'ਤੇ ਲੈ ਆਇਆ। ਫਿਰ ਉਸਨੇ ਮੈਨੂੰ ਬੈੱਡ 'ਤੇ ਬਿਠਾਇਆ ਤੇ ਉਹ ਆਪ ਵੀ ਮੇਰੇ ਬਰਾਬਰ ਬੈਠ ਗਿਆ। ਉਸਨੇ ਕਿਹਾ, ਡਰੋ ਨਾ, ਮੈਂ ਇੱਥੇ ਹਾਂ। ਇੱਕ ਵਾਰ ਫਿਰ ਦਰਵਾਜ਼ਾ ਖੜਕਾਇਆ। ਇਸ ਵਾਰ ਇੱਕ ਆਦਮੀ ਨੇ ਬਹੁਤ ਉੱਚੀ ਆਵਾਜ਼ ਵਿੱਚ ਕਿਹਾ, ਦਰਵਾਜ਼ਾ ਖੋਲ੍ਹੋ ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਦੇਵਾਂਗੇ। ਇਹ ਸੁਣ ਕੇ ਮੈਂ ਉਸਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਫੜ ਲਿਆ। ਸ਼ਾਇਦ ਸਾਡੀ ਕਿਸਮਤ ਹੀ ਮਾੜੀ ਸੀ। ਸਾਡੇ ਦੋਹਾਂ ਦੇ ਫੋਨ ਸਾਡੇ ਕੋਲ ਨਹੀਂ ਸਨ। ਮੈਂ ਡਰੀ ਹੋਈ ਆਪਣੇ ਕਮਰੇ ਵਿੱਚ ਭੱਜ ਆਈ ਤੇ ਆਪਣਾ ਫੋਨ ਆਪਣੇ ਕਮਰੇ ਵਿੱਚ ਹੀ ਛੱਡ ਦਿੱਤਾ ਸੀ। ਅਜੇ ਨੇ ਆਪਣਾ ਫੋਨ ਚਾਰਜਿੰਗ ਲਈ ਹਾਲ ਵਿੱਚ ਬਾਹਰ ਰੱਖ ਦਿੱਤਾ ਸੀ ਕਿਉਂਕਿ ਅਜੇ ਦੇ ਕਮਰੇ ਵਿੱਚ ਬੋਰਡ ਲੱਗਾ ਹੋਇਆ ਸੀ, ਪਰ ਫੋਨ ਰੱਖਣ ਦੀ ਜਗ੍ਹਾ ਨਹੀਂ ਸੀ। ਇਸ ਲਈ ਸੌਣ ਤੋਂ ਪਹਿਲਾਂ ਅਜੇ ਹਾਲ 'ਚ ਹੀ ਆਪਣਾ ਫੋਨ ਚਾਰਜਿੰਗ 'ਤੇ ਲਗਾ ਦਿੰਦਾ ਸੀ। ਮੈਂ ਕਿਹਾ, ਤੂੰ ਬਾਹਰ ਨਹੀਂ ਜਾਣਾ। ਉਸਨੇ ਕਿਹਾ ਕਿ ਉਹ ਮੈਨੂੰ ਕਿਸੇ ਦੀ ਤਰ੍ਹਾਂ ਨੁਕਸਾਨ ਨਹੀਂ ਪਹੁੰਚਾ ਸਕਦੇ। ਮੇਰੇ ਹੱਥ ਛੱਡ। ਇਹ ਕਹਿ ਕੇ ਉਸਨੇ ਆਪਣੇ ਹੱਥ ਮੇਰੇ ਤੋਂ ਛੁਡਾ ਲਿਆ। ਇਸ ਤੋਂ ਬਾਅਦ ਉਸਨੇ ਪਿਸਤੌਲ ਕੱਢਿਆ ਤੇ ਇਹ ਦੇਖ ਕੇ ਮੇਰਾ ਦਿਲ ਡਰ ਗਿਆ। ਮੈਨੂੰ ਡਰ ਲੱਗਣ ਲੱਗਾ ਕਿ ਉਹ ਇੱਕ ਦੂਜੇ ਨਾਲ ਟਕਰਾਉਣਗੇ ਤਾਂ ਅਜਿਹਾ ਨਾ ਹੋਵੇ ਕਿ ਉਹ ਲੋਕ ਉਸ ਨੂੰ ਗੋਲੀ ਮਾਰ ਦੇਣ। ਜਲਦੀ ਨਾਲ ਉੱਠ ਕੇ ਮੈਂ ਉਸ ਕੋਲ ਗਈ। ਮੈਂ ਕਿਹਾ, ਤੁਸੀਂ ਕੀ ਕਰ ਰਹੇ ਹੋ? ਉਸਨੇ ਕਿਹਾ, ਮੈਂ ਡਰਪੋਕ ਨਹੀਂ ਆ, ਬਸ ਮੇਰੇ ਕਮਰੇ ਤੋਂ ਬਾਹਰ ਨਾ ਨਿਕਲਿਓ। ਮੈਂ ਰੋਣ ਲੱਗ ਪਈ ਤੇ ਉਸਨੇ ਕਿਹਾ ਕਿ ਰੱਬ ਦਾ ਵਾਸਤਾ ਕਿਤੇ ਵੀ ਨਾ ਜਾਈਂ, ਕਿਤੇ ਉਹ ਤੈਨੂੰ ਮਾਰ ਨਾ ਦੇਣ। ਉਸਨੇ ਕਿਹਾ, ਚਿੰਤਾ ਨਾ ਕਰ, ਜੇ ਅਸੀਂ ਇੱਥੇ ਕਮਰੇ ਵਿੱਚ ਬੈਠੇ ਰਹੇ ਤਾਂ ਵੀ ਉਹ ਲੋਕ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਜਾਣਗੇ। ਇਸ ਲਈ ਸਾਨੂੰ ਹਿੰਮਤ ਨਾਲ ਕੰਮ ਕਰਨਾ ਚਾਹੀਦਾ। ਮੈਂ ਲੜਨਾ ਵੀ ਜਾਣਦਾ ਹਾਂ ਤੇ ਸ਼ੂਟ ਕਰਨਾ ਵੀ। ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਫਿਰ ਮੈਨੂੰ ਬਾਹਰੋਂ ਲੜਨ ਅਤੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਡਰ ਕਾਰਨ ਮੇਰਾ ਦਿਲ ਕੰਬ ਰਿਹਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਉਹ ਆਪਸ ਵਿੱਚ ਲੜ ਰਹੇ ਹੋਣ ਤੇ ਮੇਰਾ ਦਿਲ ਅੰਦਰੋਂ ਅੰਦਰੀ ਇਸ ਤਰ੍ਹਾਂ ਧੜਕ ਰਿਹਾ ਸੀ ਜਿਵੇਂ
ਬੇਲਗਾਮ ਘੋੜਾ ਦੌੜ ਰਿਹਾ ਹੋਵੇ, ਪਰ ਮੇਰੇ ਬੁੱਲ ਚਿੱਟੇ ਹੋ ਗਏ ਸਨ, ਰੰਗ ਫਿੱਕਾ ਪੈ ਗਿਆ ਤੇ ਬੁਰੀ ਤਰ੍ਹਾਂ ਨਾਲ ਮੈਂ ਕੰਬ ਰਹੀ ਸੀ। ਸੋਚ ਰਹੀ ਸੀ ਕਿ ਜੇਕਰ ਅਜੇ ਨੂੰ ਕੁਝ ਹੋ ਗਿਆ ਤਾਂ ਉਹ ਮੇਰੇ ਨਾਲ ਕੀ ਕਰਨਗੇ। ਡਰ ਕਾਰਨ ਮੇਰੀ ਹਾਲਤ ਵਿਗੜਨ ਲੱਗੀ। ਮੈਨੂੰ ਲੱਗਾ ਜਿਵੇਂ ਮੇਰਾ ਦਮ ਘੁੱਟ ਰਿਹਾ ਹੋਵੇ ਤੇ ਫਿਰ ਮੈਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਮੈਨੂੰ ਨਹੀਂ ਪਤਾ ਸੀ ਕਿ ਕਦੋਂ ਅਤੇ ਕਿਵੇਂ। ਸ਼ਾਇਦ ਡਰ ਕਾਰਨ ਮੈਂ ਬੇਹੋਸ਼ ਹੋ ਗਈ। ਮੇਰੀਆਂ ਅੱਖਾਂ ਪੰਛੀਆਂ ਦੇ ਚਹਿਕਣ ਨਾਲ ਖੁੱਲ੍ਹ ਗਈਆਂ। ਮੈਂ ਝੱਟ ਉੱਠ ਕੇ ਬੈਠ ਗਈ ਤੇ ਦੇਖਿਆ ਕਿ ਅਜੇ ਦੇ ਮੰਜੇ ਤੇ ਲੇਟੀ ਹੋਈ ਸੀ। ਮੇਰੇ ਵਾਲ ਵੀ ਖਿਲਰੇ ਹੋਏ ਸਨ, ਪਰ ਮੈਂ ਇਕੱਲੀ ਹੀ ਉਸ ਦੇ ਕਮਰੇ ਵਿੱਚ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਸ ਦੇ ਕਮਰੇ ਵਿੱਚ ਕਿਵੇਂ ਆਈ। ਪਰ ਫਿਰ ਮੈਨੂੰ ਰਾਤ ਦੀ ਘਟਨਾ ਯਾਦ ਆਉਣ ਲੱਗੀ ਤੇ ਯਾਦ ਆਉਂਦੇ ਹੀ ਮੇਰੇ ਹੋਸ਼ ਉੱਡ ਗਏ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਬਾਹਰ ਕੀ ਹੋਇਆ। ਮੈਂ ਤੁਰੰਤ ਉਸ ਦੇ ਕਮਰੇ ਤੋਂ ਬਾਹਰ ਆਈ ਅਤੇ ਅਜੇ ਨੂੰ ਬਾਹਰ ਸੋਫੇ ਤੇ ਬੈਠਾ ਸਿਗਰਟ ਪੀਂਦਾ ਦੇਖਿਆ ਤੇ ਉਸ ਦੀ ਇੱਕ ਬਾਂਹ ਤੇ ਪੱਟੀ ਬੰਨੀ ਹੋਈ ਸੀ। ਉਸ ਦੇ ਸਿਰ ਤੇ ਵੀ ਜ਼ਖਮ ਦਾ ਨਿਸ਼ਾਨ ਸੀ। ਉਸ ਨੂੰ ਦੇਖ ਕੇ ਮੈਂ ਉਸ ਦੇ ਨੇੜੇ ਆ ਗਈ। ਮੈਂ ਕਿਹਾ, ਤੁਸੀਂ ਇੱਥੇ? ਤੇ ਉਹ ਚੋਰ? ਅਜੇ ਕਹਿਣ ਲੱਗਾ, ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਆ, ਉਹ ਪੁਲਿਸ ਹਿਰਾਸਤ ਵਿੱਚ ਹਨ। ਉਹ ਮੇਰੇ ਤੋਂ ਨਜ਼ਰਾਂ ਚੁਰਾਉਣ ਲੱਗਾ। ਮੈਂ ਕਿਹਾ, ਤੇਰੀ ਬਾਂਹ ਤੇ ਕੀ ਹੋਇਆ? ਉਸਨੇ ਕਿਹਾ, ਲੜਾਈ ਦੌਰਾਨ ਉਹਨਾਂ ਨੇ ਮੇਰੇ ਗੋਲੀ ਚਲਾ ਦਿੱਤੀ, ਪਰ ਉਹ ਮੇਰੀ ਬਾਂਹ ਨੂੰ ਛੂਹ ਕੇ ਲੰਘ ਗਈ। ਇਸ ਲਈ ਮੈਂ ਹਸਪਤਾਲ ਤੋਂ ਪੱਟੀ ਕਰਵਾ ਕੇ ਵਾਪਸ ਆਇਆ ਹਾਂ। ਤੁਸੀਂ ਸ਼ਾਇਦ ਬੇਹੋਸ਼ ਹੋ ਗਏ ਸੀ, ਇਸ ਲਈ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਪਤਾ ਨਹੀਂ। ਪਰ ਹੁਣ ਬਿਲਕੁਲ ਵੀ ਚਿੰਤਾ ਨਾ ਕਰ, ਸਭ ਕੁਝ ਠੀਕ ਆ। ਉਹ ਮੇਰੇ ਵੱਲ ਬਿਨਾਂ ਦੇਖੇ ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਮੈਂ ਵੀ ਰੱਬ ਦਾ ਧੰਨਵਾਦ ਕੀਤਾ ਕਿ ਅਜੇ ਨੂੰ ਕੁਝ ਨਹੀਂ ਹੋਇਆ ਤੇ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ। ਪਰ ਉਸ ਦਿਨ ਤੋਂ ਮੈਂ ਬਹੁਤ ਡਰੀ ਹੋਈ ਸੀ। ਪਤਾ ਨਹੀਂ ਕਿਉਂ ਅਜੇ ਵੀ ਚੁੱਪ ਰਹਿਣ ਲੱਗਾ। ਹੁਣ ਉਸਨੇ ਸ਼ਰਾਰਤੀ ਗੱਲਾਂ ਤੇ ਹੱਸਣਾ ਪਹਿਲਾਂ ਵਾਂਗ ਮੇਰੇ ਨਾਲ ਮਜ਼ਾਕ ਕਰਨਾ ਬੰਦ ਕਰ ਦਿੱਤਾ ਸੀ। ਅਜੇ ਅਜਿਹਾ ਨਹੀਂ ਸੀ ਜਿਵੇਂ ਮੈਂ ਉਸ ਨੂੰ ਸਮਝਦੀ ਸੀ। ਹੁਣ ਉਹ ਬਹੁਤ ਸੀਰੀਅਸ ਹੋ ਗਿਆ ਸੀ। ਉਹ ਮੇਰੇ ਨਾਲ ਬਹੁਤੀ ਗੱਲ ਵੀ ਨਹੀਂ ਕਰਦਾ ਸੀ, ਪਤਾ ਨਹੀਂ ਕਿਉਂ, ਪਰ ਉਹ ਸਿਗਰਟ ਵੀ ਬਹੁਤ ਜ਼ਿਆਦਾ ਪੀਣ ਲੱਗ ਪਿਆ। ਜੇ ਮੈਂ ਉਸ ਦੇ ਸਾਹਮਣੇ ਖਾਣਾ ਰੱਖਦੀ ਤਾਂ ਉਹ ਡੂੰਘੀ ਸੋਚ ਵਿੱਚ ਗਵਾਚਿਆ ਰਹਿੰਦਾ। ਮੇਰੇ 2-3 ਵਾਰ ਕਹਿਣ ਤੇ ਖਾਣਾ ਖਾਂਦਾ। 1 ਮਹੀਨਾ ਬੀਤ ਗਿਆ ਤੇ ਮੈਂ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਨੂੰ ਚੱਕਰ ਆਇਆ ਤਾਂ ਅਜੇ ਨੇ ਮੈਨੂੰ ਫੜ ਲਿਆ। ਜੇਕਰ ਅਜੇ ਨੇ ਮੇਰਾ ਹੱਥ ਨਾ ਫੜਿਆ ਹੁੰਦਾ ਤਾਂ ਮੇਰਾ ਸਿਰ ਮੇਜ਼ ਨਾਲ ਟਕਰਾ ਜਾਂਦਾ ਅਤੇ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ। ਅਜੇ ਨੇ ਫੜ ਕੇ ਮੈਨੂੰ ਸੋਫੇ ਤੇ ਬਿਠਾਇਆ ਤੇ ਕਿਹਾ ਕਿ ਮੈਂ ਆਪਣਾ ਬਿਲਕੁਲ ਵੀ ਧਿਆਨ ਨਹੀਂ ਰੱਖਦੀ, ਆਪਣਾ ਧਿਆਨ ਰੱਖਿਆ ਕਰ। ਦੇਖ ਕਿਵੇਂ ਤੇਰਾ ਰੰਗ ਬਿਲਕੁਲ ਫਿੱਕਾ ਪੈ ਗਿਆ, ਸ਼ਾਇਦ ਤੈਨੂੰ ਕਮਜ਼ੋਰੀ ਕਾਰਨ ਚੱਕਰ ਆਇਆ ਹੋਵੇਗਾ। ਅਜੇ ਵੀ ਮੈਨੂੰ ਡਾਕਟਰ ਕੋਲ ਲੈ ਗਿਆ, ਪਰ ਮੈਂ ਇਕੱਲੀ ਹੀ ਡਾਕਟਰ ਦੇ ਕਮਰੇ ਵਿੱਚ ਗਈ। ਉਹਨਾਂ ਨੇ ਕੁਝ ਟੈਸਟ ਦੱਸੇ ਤੇ ਉਸ ਦੀ ਰਿਪੋਰਟ ਵੀ ਤੁਰੰਤ ਆ ਗਈ। ਪਰ ਜਿਵੇਂ ਹੀ ਉਹ ਰਿਪੋਰਟ ਆਈ ਤਾਂ ਉਸਨੇ ਮੇਰਾ ਹੋਸ਼ ਉਡਾ ਦਿੱਤਾ। ਡਾਕਟਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਗਰਭਵਤੀ ਹੋ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰਾ ਪਤੀ ਪਿਛਲੇ 3-4 ਮਹੀਨਿਆਂ ਤੋਂ ਮੇਰੇ ਨਾਲ ਨਹੀਂ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਤੀ ਨੇ ਅੱਜ ਤੱਕ ਮੈਨੂੰ ਛੂਹਿਆ ਵੀ ਨਹੀਂ ਸੀ। ਇਸ ਲਈ ਇਹ ਤਾਂ ਸਪਸ਼ਟ ਮਤਲਬ ਸੀ ਕਿ ਅਜੇ ਨੇ ਮੇਰੇ ਨਾਲ, ਪਰ ਕਦੋਂ ਅਤੇ ਕਿਵੇਂ ਮੈਨੂੰ ਕੁਝ ਯਾਦ ਨਹੀਂ ਆ ਰਿਹਾ ਸੀ। ਮੇਰਾ ਮਨ ਬਿਲਕੁਲ ਖਾਲੀ ਹੋ ਗਿਆ ਸੀ। ਮੈਂ ਹੈਰਾਨ ਸੀ ਕਿ ਉਸਨੇ ਮੇਰੇ ਨਾਲ ਅਜਿਹਾ ਕਦੋਂ ਕੀਤਾ, ਕਿਉਂਕਿ ਨਾ ਤਾਂ ਮੈਂ ਕੋਈ ਨਸ਼ੀਲੀ ਦਵਾਈ ਲੈ ਰਹੀ ਸੀ ਅਤੇ ਨਾ ਹੀ ਮੈਨੂੰ ਕੋਈ ਅਜਿਹਾ ਨਸ਼ੀਲਾ ਪਦਾਰਥ ਖਵਾਇਆ ਗਿਆ ਸੀ। ਫਿਰ ਮੈਨੂੰ ਉਹ ਦਿਨ ਯਾਦ ਆਉਣ ਲੱਗਾ ਜਦੋਂ ਚੋਰ ਸਾਡੇ ਘਰ ਵੜ ਗਏ ਸੀ ਤੇ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਉਸ ਦਾ ਰਵੱਈਆ ਵੀ ਪੂਰੀ ਤਰ੍ਹਾਂ ਬਦਲ ਗਿਆ। ਉਹ ਥੋੜਾ ਗਵਾਚਿਆ ਹੋਇਆ ਰਹਿਣ ਲੱਗਾ ਸੀ ਤੇ ਬਿਲਕੁਲ ਚੁੱਪ ਹੋ ਗਿਆ ਸੀ। ਉਸੇ ਰਾਤ ਕਿਤੇ ਨਾ ਕਿਤੇ ਅਜੇ ਨੇ ਮੇਰੇ ਨਾਲ ਅਜਿਹਾ ਕੀਤਾ ਸੀ ਤੇ ਇਸ ਗੱਲ ਦੇ ਖਿਆਲ ਨੇ ਮੇਰੇ ਹੋਸ਼ ਉਡਾ ਦਿੱਤੇ। ਉਸਨੇ ਮੇਰੀ ਬੇਹੋਸ਼ੀ ਦਾ ਨਜਾਇਜ਼ ਫਾਇਦਾ ਉਠਾਇਆ ਸੀ। ਉਹ ਵੀ ਉਸ ਸਮੇਂ ਜਦੋਂ ਮੈਨੂੰ ਉਸ ਦੇ ਸਹਾਰੇ ਦੀ ਲੋੜ ਸੀ। ਮੈਂ ਆਪਣੇ ਵਗਦੇ ਹੰਝੂ ਪੂੰਝੇ ਤੇ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਆ ਗਈ। ਉਹ ਸਾਹਮਣੇ ਬੈਠਾ ਸੀ। ਮੈਨੂੰ ਦੇਖ ਕੇ ਉਹ ਮੇਰੇ ਨੇੜੇ ਆਇਆ ਤੇ ਪੁੱਛਿਆ, ਕੀ ਹੋਇਆ? ਡਾਕਟਰ ਕੀ ਕਹਿ ਰਿਹਾ? ਮੈਂ ਉਸ ਨੂੰ ਕੀ ਜਵਾਬ ਦੇਣਾ ਸੀ? ਮੈਂ ਉਸ ਨੂੰ ਕੁਝ ਨਹੀਂ ਕਿਹਾ। ਮੈਂ ਸੋਚਿਆ ਕਿ ਮੈਂ ਘਰ ਜਾ ਕੇ ਉਸ ਨੂੰ ਪੁੱਛਾਂਗੀ ਕਿ ਉਸਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਉਸ ਦੇ ਭਰਾ ਦੀ ਪਤਨੀ ਸੀ, ਉਸ ਨੂੰ ਸ਼ਰਮ ਆਉਣੀ ਚਾਹੀਦੀ ਸੀ। ਇਹ ਸਭ ਕਰਦੇ ਕਰਾਉਂਦੇ ਮੈਂ ਚੁੱਪ ਕਰਕੇ ਘਰ ਆ ਗਈ। ਘਰੇ ਆ ਕੇ ਮੈਂ ਉਹ ਰਿਪੋਰਟ ਉਸ ਦੇ ਮੂੰਹ ਤੇ ਮਾਰੀ ਤੇ ਕਿਹਾ ਕਿ ਇਹ ਸਭ ਕੀ ਆ। ਤਾਂ ਪਹਿਲਾਂ ਉਹ ਵੀ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗ ਗਿਆ ਤੇ ਬਾਅਦ ਵਿੱਚ ਕਹਿਣ ਲੱਗਿਆ ਕਿ ਭਾਬੀ ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗਲਤੀ ਹੋ ਗਈ। ਮੈਂ ਉਸ ਨੂੰ ਕਿਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ, ਤੈਨੂੰ ਕੀ ਮਿਲਿਆ ਮੇਰੇ ਨਾਲ ਇਹ ਸਭ ਕੁਝ ਕਰਕੇ। ਉਸਨੇ ਕਿਹਾ ਕਿ ਭਾਬੀ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਮੇਰੀ ਮਾਂ ਨੇ ਮੇਰੇ ਭਰਾ ਦਾ ਵਿਆਹ ਤੇਰੇ ਨਾਲ ਕਰਾ ਦਿੱਤਾ।
ਤੇਰੇ ਕਰਕੇ ਹੀ ਮੈਂ ਇੱਥੇ ਤੇਰੇ ਕੋਲ ਆਇਆ ਸੀ, ਪਰ ਤੂੰ ਮੈਨੂੰ ਪਸੰਦ ਨਹੀਂ ਕਰਦੀ। ਉਸ ਦਿਨ ਜੋ ਰਾਤ ਨੂੰ ਚੋਰ ਆਏ ਸਨ ਉਹ ਚੋਰ ਨਹੀਂ ਬਲਕਿ ਮੇਰੇ ਹੀ ਬੁਲਾਏ ਹੋਏ ਦੋਸਤ ਸਨ। ਮੈਨੂੰ ਸੀ ਕਿ ਉਹਨਾਂ ਦੇ ਡਰ ਦੇ ਕਾਰਨ ਤੂੰ ਮੇਰੇ ਨੇੜੇ ਆ ਜਾਵੇਂਗੀ ਤੇ ਉਹੀ ਹੋਇਆ। ਤੂੰ ਮੇਰੇ ਨੇੜੇ ਤਾਂ ਆਈ ਪਰ ਬੇਹੋਸ਼ ਹੋ ਗਈ। ਮੇਰੇ ਤੋਂ ਰਿਹਾ ਨਹੀਂ ਗਿਆ ਤੇ ਮੇਰੇ ਤੋਂ ਗਲਤੀ ਹੋ ਗਈ। ਮੈਨੂੰ ਮਾਫ਼ ਕਰ ਦੇ, ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਭਰਾ ਨੂੰ ਤਲਾਕ ਦੇ ਦੇ ਤੇ ਮੇਰੇ ਨਾਲ ਵਿਆਹ ਕਰਵਾ ਲੈ। ਮੈਂ ਕਿਹਾ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਮੈਂ ਤੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹਾਂ? ਪਤਾ ਨਹੀਂ ਉਸ ਨੂੰ ਕੀ ਹੋਇਆ, ਉਸਨੇ ਮੇਰੇ ਵੱਟ ਕੇ ਚਪੇੜ ਮਾਰੀ। ਜਿਸ ਗੱਲ ਦਾ ਮੈਨੂੰ ਡਰ ਸੀ ਉਹੀ ਹੋਇਆ। ਉਸ ਤੋਂ ਬਾਅਦ ਮੈਂ ਉਸਦੇ ਹੀ ਕਬਜ਼ੇ ਵਿੱਚ ਸੀ। ਉਹ ਮੈਨੂੰ ਉੱਥੋਂ ਕਿਤੇ ਦੂਰ ਲੈ ਗਿਆ ਤੇ ਮੇਰੇ ਪਤੀ, ਮੇਰੇ ਮਾਂ-ਬਾਪ ਨੇ ਕਿਸੇ ਨੂੰ ਵੀ ਅੱਜ ਤੱਕ ਮਿਲਣ ਨਹੀਂ ਦਿੱਤਾ। ਮੇਰੇ ਤੋਂ ਮੇਰਾ ਫੋਨ ਖੋਹ ਲਿਆ ਗਿਆ। ਮੈਨੂੰ ਹਮੇਸ਼ਾ ਘਰ ਵਿੱਚ ਕੈਦ ਕਰਕੇ ਰੱਖਦਾ, ਪਰ ਮੈਨੂੰ ਬਹੁਤ ਪਿਆਰ ਨਾਲ ਰੱਖਦਾ ਸੀ। ਹੌਲੀ-ਹੌਲੀ ਇਸੇ ਤਰ੍ਹਾਂ 9 ਮਹੀਨੇ ਲੰਘ ਗਏ ਤੇ ਸਾਡੇ ਘਰ ਇੱਕ ਬੇਟੀ ਨੇ ਜਨਮ ਲਿਆ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਸਭ ਵਿੱਚ ਮੇਰਾ ਕੀ ਕਸੂਰ ਸੀ। ਮੈਂ ਉਸ ਨੂੰ ਆਪਣੇ ਘਰ ਰੱਖਣਾ ਹੀ ਨਹੀਂ ਚਾਹੁੰਦੀ ਸੀ, ਪਰ ਮੇਰੇ ਸੱਸ ਅਤੇ ਪਤੀ ਨੇ ਉਸ ਨੂੰ ਧੱਕੇ ਨਾਲ ਹੀ ਮੇਰੇ ਘਰ ਰੱਖਿਆ ਤੇ ਉਸਨੇ ਮੇਰੇ ਨਾਲ ਅਜਿਹਾ ਕੀਤਾ। ਹੁਣ ਸੋ ਦੋਸਤੋ, ਹੁਣ ਤੁਸੀਂ ਹੀ ਦੱਸੋ ਕਿ ਮੈਂ ਹੁਣ ਆਪਣੇ ਦਿਓਰ ਨਾਲ ਹੀ ਜ਼ਿੰਦਗੀ ਬਿਤਾਵਾਂ ਜਾਂ ਉੱਥੋਂ ਕਿਤੇ ਭੱਜ ਜਾਵਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਮੈਂ ਉਸ ਆਦਮੀ ਨੂੰ ਪਿਆਰ ਨਹੀਂ ਕਰਦੀ।